ਧੰਨ ਵਾਹਿਗੁਰੂ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਧੰਨ ਵਾਹਿਗੁਰੂ ਜੀਓ। ਗੋਂਡ ਟੂਟੇ ਤਾਗੇ ਨਿਖੁੱਟੀ ਪਾਨ, ਦੁਆਰ ਉਪਰ ਚਿਲਕਾਵਹਿ ਕਾਨ। ਕੂਚ ਵਿਚਾਰੇ ਫੂਏ ਫਾਲ, ਯਾ ਮੁੰਡਿਆ ਸਿਰ ਚੜ੍ਹਬੂ ਕਾਲ। ਇਹ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕ ਸਰ ਹੋਈ। ਰਹਾਉ ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਕਾ ਮਨ ਰਤਾ। ਲੜਕੀ ਲੜਕਨ ਖੈਬੋ ਨਾਹੇ, ਮੁੰਡਿਆ ਅਨ ਦਿਨ ਧਾਪੇ ਜਾਹੇ। ਇਕ ਦੋਏ ਮੰਦਰ ਇਕ ਦੋਏ ਬਾਟ, ਹਮ ਕਉ ਸਾਥਰ ਉਨ ਕਉ ਖਾਟ। ਮੂੰਡ ਪਲੋਸ ਕਮਰ ਬੰਧ ਪੋਥੀ, ਹਮ ਕਉ ਚਾਬਨ ਉਨ ਕਉ ਰੋਟੀ। ਮੁੰਡਿਆ ਮੁੰਡਿਆ ਹੂਏ ਏਕ, ਏ ਮੁੰਡਿਆ ਬੂਡਤ ਕੀ ਟੇਕ। ਸੋਨੇ ਅੰਧਲੀ ਲੋਈ ਬੇਪੀਰ, ਇਨ ਮੁੰਡਿਅਨ ਭਜ ਸ਼ਰਨ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ,
ਮਾਲਕ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੀ ਇਕਾਗਰਤਾ ਪ੍ਰੇਮ ਸਹਿਤ ਸਰਵਣ ਕੀਤੇ ਹਨ। ਮਹਾਰਾਜ ਦੀ ਮਿਹਰ ਦੇ ਪਾਤਰ ਬਣ ਕੇ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਲੜੀਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਬੜੇ ਅਮੋਲਕ ਵਚਨ, ਆਪਣੇ ਜੀਵਨ ਦਾ ਅਨੁਭਵ ਭਗਤ ਕਬੀਰ ਸਾਹਿਬ ਜੀ ਨੇ ਸ਼ਬਦਾਂ ਦੇ ਰਾਹੀਂ ਆਪਣੀ ਇਹ ਵਿਰਾਸਤ ਸਾਡੇ ਨਾਲ ਸਾਂਝੀ ਕੀਤੀ ਹੈ। ਕੁਝ ਚੀਜ਼ਾਂ ਹਨ ਜਿਹੜੀਆਂ ਹਿਰਦੇ ਵਿੱਚ, ਮਨ ਵਿੱਚ, ਸੁਰਤ ਵਿੱਚ ਵਾਪਰਦੀਆਂ ਨੇ। ਭਗਤੀ ਦੇ ਮਾਰਗ ਉੱਤੇ ਤੁਰਦਿਆਂ ਹੋਇਆਂ ਜੋ ਅਨੁਭਵ ਕਬੀਰ ਸਾਹਿਬ ਜੀ ਮਹਾਰਾਜ ਨੂੰ ਹੋਇਆ, ਜਿੰਨਾ ਕੁ ਉਸ ਨੂੰ ਬਿਆਨ ਕੀਤਾ ਜਾ ਸਕਦਾ ਹੈ, ਸਾਡੇ ਸਮਝ ਗੋਚਰਾ, ਉਹਨਾਂ ਨੇ ਸਾਡੇ ਨਾਲ ਸਾਂਝਿਆਂ ਕਰਨ ਦਾ ਇਹ ਮਹਾਨ ਪਰਉਪਕਾਰ ਕੀਤਾ ਹੈ। ਕੁਝ ਚੀਜ਼ਾਂ ਹਨ ਜਿਹੜੀਆਂ ਬਾਹਰੀ ਤੌਰ ਉੱਤੇ ਵਾਪਰਦੀਆਂ ਹਨ, ਪਰ ਉਹਨਾਂ ਦਾ ਸੰਬੰਧ ਜਿਹੜਾ ਹੈ ਉਹ ਮਨੁੱਖ ਦੇ ਅੰਦਰ ਦੇ ਪਰਿਵਰਤਨ ਨਾਲ, ਉਸ ਦੀ ਅਵਸਥਾ ਦੇ ਨਾਲ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਝ ਐਸੀਆਂ ਬਾਹਰੀ ਤੌਰ ਦੇ ਉੱਤੇ ਵਾਪਰਨ ਵਾਲੀਆਂ, ਹੋਣ ਵਾਲੀਆਂ ਗੱਲਾਂ ਦਾ ਵੀ ਜ਼ਿਕਰ ਜਿਹੜਾ ਹੈ ਉਹ ਆਪਣੀ ਬਾਣੀ ਰਾਹੀਂ ਕੀਤਾ ਹੈ। ਉਦਾਹਰਣ ਦਿੱਤੀ ਹੈ ਕਿ ਜਦੋਂ ਅਸੀਂ ਧਰਮ ਦੇ ਮਾਰਗ ਉੱਤੇ ਚੱਲਦੇ ਹਾਂ ਤਾਂ ਕੋਈ ਜ਼ਰੂਰੀ ਨਹੀਂ ਵੀ ਸੰਸਾਰ ਜਿਹੜਾ ਹੈ ਉਹ ਤੁਹਾਡੇ ਨਾਲ ਇਤਫਾਕ ਰੱਖੇ। ਉਸ ਦਾ ਵਿਚਾਰ ਤੁਹਾਡੇ ਤੋਂ ਵੱਖਰਾ ਵੀ ਹੁੰਦਿਆਂ ਹੋਇਆਂ, ਕੇਵਲ ਵਿਚਾਰ ਹੀ ਵੱਖਰਾ ਨਹੀਂ ਹੁੰਦਾ, ਉਹ ਆਪਣੇ ਬੋਲਾਂ ਦੇ ਰਾਹੀਂ, ਆਪਣੀ ਰਸਨਾ ਦੇ ਰਾਹੀਂ ਤੁਹਾਡੇ ਪ੍ਰਤੀ ਕੇਵਲ ਅਸਹਿਮਤੀ ਨਹੀਂ ਜਤਾਉਂਦਾ, ਬਲਕਿ ਵਿਰੋਧਤਾ ਦੀ ਉਚਾਈ ਤੱਕ ਚਲਿਆ ਜਾਂਦਾ ਹੈ। ਮੈਂ ਅੱਗੇ ਵੀ ਭਗਤ ਕਬੀਰ ਸਾਹਿਬ ਜੀ ਦਾ ਆਪਾਂ ਪਹਿਲਾਂ ਜੋ ਸ਼ਬਦ ਵਿਚਾਰਿਆ ਹੈ ਉਸ ਵਿੱਚ ਇਹ ਬਚਨ ਸਾਂਝਾ ਕੀਤਾ ਸੀ। ਹਿੰਸਾ ਸਰੀਰ ਨਾਲ ਹੀ ਨਹੀਂ ਹੁੰਦੀ, ਜ਼ਬਾਨ ਨਾਲ ਵੀ ਹੁੰਦੀ ਹੈ। ਮਨੁੱਖ ਦੇ ਅੰਦਰ ਜਦੋਂ ਖਿਝ ਵੱਧਦੀ ਹੈ, ਕ੍ਰੋਧ ਵੱਧਦਾ ਹੈ, ਨਫ਼ਰਤ ਵੱਧਦੀ ਹੈ, ਤੇ ਉਹਦਾ ਪ੍ਰਗਟਾਵਾ ਉਹਦੇ ਸਰੀਰ ਦੇ ਰਾਹੀਂ ਸਪਸ਼ਟ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਤੇ ਉਸ ਦੀ ਰਸਨਾ ਦੇ ਉੱਤੇ ਵੀ ਉਹਦੇ ਬੋਲ ਇਹ ਸਾਬਤ ਕਰ ਦਿੰਦੇ ਨੇ ਕਿ ਇਸ ਮਨੁੱਖ ਦੀ ਮਾਨਸਿਕਤਾ ਕੀ ਹੋਏਗੀ, ਅੰਤਰਾਤਮਾ ਕਿੱਥੇ ਖੜਾ ਹੋਏਗਾ। ਭਗਤ ਕਬੀਰ ਸਾਹਿਬ ਜੀ ਮਹਾਰਾਜ ਐਸੇ ਮਾਰਗ ਦੇ ਪਾਂਧੀ ਨੇ ਜਿੱਥੇ ਉਹਨਾਂ ਨੂੰ ਆਲੇ ਦੁਆਲੇ ਵਿੱਚੋਂ ਵੀ ਆਪਣੇ ਪ੍ਰਤੀ ਬੜੇ ਹੀ ਕੁਹਜ ਕਿਸਮ ਦੇ ਬੋਲ ਸੁਣਨ ਨੂੰ ਮਿਲੇ। ਅੱਜ ਅਸੀਂ ਜਿਸ ਹਾਲਤ ਵਿੱਚ ਹਾਂ, ਬਹੁਤ ਲੰਮਾ ਸਮਾਂ ਬਤੀਤ ਹੋ ਗਿਆ ਹੈ, ਕਬੀਰ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਅਦਬ ਨਾਲ ਪੜ੍ਹਦੇ ਹਾਂ, ਸਤਿਕਾਰ ਕਰਦੇ ਹਾਂ, ਸੀਸ ਝੁਕਾਉਂਦੇ ਹਾਂ, ਉਹਨਾਂ ਦੇ ਜੀਵਨ ਦੀਆਂ ਬਾਤਾਂ ਪਾਉਂਦੇ ਹਾਂ। ਪਰ ਜਦੋਂ ਕਬੀਰ ਸਾਹਿਬ ਮਹਾਰਾਜ ਖੁਦ ਸਰੀਰਕ ਰੂਪ ਵਿੱਚ ਮੌਜੂਦ ਸਨ ਤਾਂ ਉਹਨਾਂ ਨੂੰ ਵੀ ਸਰੀਰਕ ਤੌਰ ਤੇ ਬੜੀ ਵਿਖੜੀ ਅਵਸਥਾ ਦੇ ਵਿੱਚੋਂ ਗੁਜ਼ਰਨਾ ਪਿਆ। ਇਕੱਲੀ ਇਹ ਨਹੀਂ ਵੀ ਉਹਨਾਂ ਨੂੰ ਗੁਰਬਤ ਗਰੀਬੀ ਦਾ ਸਾਹਮਣਾ ਕਰਨਾ ਪਿਆ, ਹੋਰ ਬੜਾ ਕੁਝ। ਆਮ ਜਨ ਸਧਾਰਨ ਮਨੁੱਖ ਜਿਹੜੀ ਗੱਲ ਤੋਂ ਝਿਜਕਦਾ, ਲੋਕ ਕੀ ਕਹਿਣਗੇ, ਲੋਕ ਆਹ ਗੱਲ ਕਰਦੇ ਹਨ, ਆਹ ਗੱਲ ਕਰਦੇ ਹਨ। ਇੱਕ ਪੀੜ, ਇੱਕ ਦਰਦ ਹੁੰਦਾ ਹੈ ਜਿਸ ਨੂੰ ਬੰਦਾ ਸਹਿਣ ਤੋਂ ਇਨਕਾਰੀ ਹੋ ਜਾਂਦਾ ਹੈ ਤੇ ਉਹ ਫਿਰ ਲੋਕਾਂ ਦੀ ਜ਼ੁਬਾਨ ਮੁਤਾਬਕ ਹੀ ਚੱਲਣਾ ਸ਼ੁਰੂ ਕਰਦੇ। ਲੋਕ ਕੀ ਕਹਿਣਗੇ, ਲੋਕਾਂ ਦੀ ਫੇਵਰ ਲੈਣ ਵਾਸਤੇ ਮਨੁੱਖ ਸਦਾ ਹੀ ਯਤਨ ਕਰਦਾ ਰਹਿੰਦਾ ਹੈ। ਲੋਕ ਮੇਰੇ ਬਾਰੇ ਚੰਗਾ ਕਹਿਣ, ਚੰਗਾ ਸੋਚਣ, ਇਸ ਗੱਲ ਵਾਸਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਲੱਗੀ ਰਹਿੰਦੀ ਹੈ, ਯਤਨ ਹੁੰਦਾ ਰਹਿੰਦਾ ਹੈ।
ਕਿਸੇ ਤਰ੍ਹਾਂ ਲੋਕ ਚੰਗਾ ਕਹਿ ਦੇਣ, ਕਿਸੇ ਤਰ੍ਹਾਂ ਲੋਕ ਚੰਗਾ ਮੇਰੇ ਬਾਰੇ ਸੋਚ ਲੈਣ। ਅਸਲ ਵਿੱਚ ਜਿਹੜਾ ਧਰਮ ਦਾ ਪਿੰਡ ਹੈ, ਉੱਥੇ ਪਹਿਲੀ ਗੱਲ ਹੀ ਇਹ ਸਿਖਾਈ ਜਾਂਦੀ ਹੈ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਿੰਨਾ ਕੁ ਪ੍ਰਵਾਹ ਕਰਦਾ ਰਹੇਗਾ, ਕਿੰਨਾ ਕੁ ਦੁਨੀਆ ਮੁਤਾਬਕ ਢਲਦਾ ਰਹੇਗਾ। ਕਬੀਰ ਦੁਨੀਆ ਕੇ ਦੋਖੇ ਮੂਆ, ਚਾਲਤ ਕੁਲ ਕੀ ਕਾਨ। ਅਸੀਂ ਆਪਣੇ ਇਸ਼ਟ ਵੱਲ ਵੀ ਕਈ ਵਾਰ ਪਿੱਠ ਕਰ ਲੈਂਦੇ ਹਾਂ, ਆਪਣੇ ਅੰਦਰ ਦੇ ਸੱਚ ਨੂੰ ਅਣਸੁਣਿਆ ਕਰ ਦਿੰਦੇ ਹਾਂ, ਆਪਣੀ ਆਤਮਾ ਨੂੰ ਪਲੀਤ ਕਰ ਲੈਂਦੇ ਹਾਂ, ਕੇਵਲ ਇਸ ਗੱਲ ਖਾਤਰ ਲੋਕ ਕੀ ਆਂਦੇ ਨੇ, ਲੋਕਾਂ ਦੀ ਬੋਲ ਬਾਣੀ, ਲੋਕਾਂ ਦਾ ਮਨ, ਲੋਕਾਂ ਦੀ ਸੋਚ, ਲੋਕਾਂ ਦੇ ਖਿਆਲ ਮੇਰੇ ਪ੍ਰਤੀ ਚੰਗੇ ਬਣੇ ਰਹਿਣ। ਇਸ ਲਈ ਅਸੀਂ ਜੇ ਪਲੀਤ ਹੋਣਾ ਪਵੇ ਤਾਂ ਵੀ ਹੋ ਜਾਂਦੇ ਹਾਂ, ਮਾੜੇ ਬਣਨਾ ਪਵੇ ਬਣ ਜਾਂਦੇ ਹਾਂ। ਹਰ ਉਹ ਕਾਰਵਾਈ ਕਰਦੇ ਹਾਂ ਜਿਹੜੀ ਲੋਕਾਂ ਨੂੰ ਖੁਸ਼ ਰੱਖਣ ਵਾਲੀ ਹੋਵੇ, ਪਰ ਭਗਤ ਨਹੀਂ ਕਰਦਾ। ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਲੋਈ ਅਰਥ ਇੱਥੇ ਲੁਕਾਈ ਨੂੰ ਕਹੇ, ਸੰਸਾਰ ਨੂੰ। ਕਬੀਰ ਜੀ ਮਹਾਰਾਜ ਕਿਰਤਕਾਰ ਵੀ ਕਰਦੇ ਨੇ, ਕੱਪੜਾ ਬੁਣਨ ਦਾ ਉਹਨਾਂ ਦੀ ਕਿਰਤ ਹੈ। ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਿੱਚ ਕਬੀਰ ਜੀ ਨੇ ਕਿਸੇ ਅੱਗੇ ਹੱਥ ਨਹੀਂ ਅੱਡਿਆ, ਆਪਣੇ ਪਰਿਵਾਰ ਦਾ ਗੁਜ਼ਾਰਾ ਉਹ ਸਹਿਲਾ ਕਰਦੇ ਨੇ। ਪਰ ਜਿਵੇਂ ਨਾ ਲੋਕਾਂ ਦੀ ਸੰਸਾਰ ਦੇ ਆਲੇ ਦੁਆਲੇ ਦੀ ਆਦਤ ਹੁੰਦੀ, ਉਹ ਨਾ ਖੁਸ਼ ਤੇ ਕਿਸੇ ਹੋਰ ਗੱਲ ਤੋਂ ਹੋਣਗੇ ਤੇ ਬਹਾਨਾ ਕੋਈ ਹੋਰ ਕੱਢਣਗੇ। ਅਸਲ 'ਚ ਉਹਨਾਂ ਨੂੰ ਚੁੱਭਦੀ ਗੱਲ ਹੋਰ ਹੈ ਤੇ ਐਕਸਕਿਊਜ਼ ਜਿਹੜਾ ਹੈ, ਬਹਾਨਾ ਜਿਹੜਾ ਹੈ, ਉਹ ਕੋਈ ਹੋਰ ਬਣਾ ਲੈਣਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵੀ ਆਪਾਂ ਪੜ੍ਹੀ ਹੈ, ਇਤਿਹਾਸਕ ਵਾਕਿਆਤ ਬੜੇ ਐਸੇ ਹੁੰਦੇ ਨੇ। ਪਹਾੜੀ ਰਾਜੇ ਔਖੇ ਹੋਰ ਗੱਲੋਂ ਸਨ ਤੇ ਬਹਾਨੇ ਉਹਨਾਂ ਇਹ ਬਣਾਏ ਜੀ, ਵੇਖੋ ਇਹ ਸਾਡੀ ਸ਼ਾਹੀ ਨੂੰ ਖਤਰਾ ਪੈਦਾ ਕਰ ਰਹੇ ਨੇ, ਕੱਲ੍ਹ ਨੂੰ ਇਹ ਸਾਡਾ ਰਾਜ ਲੈ ਜਾਣਗੇ। ਯਾਨੀ ਕਿ ਤੁਸੀਂ ਕਿਤੇ ਵੀ ਘਟਨਾ ਵਾਪਰੀ ਵੇਖੋਗੇ ਨਾ ਇਤਿਹਾਸ ਵਿੱਚ, ਮਹਾਨ ਧਾਰਮਿਕ ਲੋਕਾਂ ਦੇ ਪ੍ਰਤੀ ਬਹਾਨਾ ਕੋਈ ਹੋਰ ਹੈ, ਪਿੱਛੇ ਕਾਰਨ ਕੋਈ ਹੋਰ ਹੈ। ਤਾਜ ਦੀ ਲੜਾਈ ਨੂੰ ਬਾਜ ਦੀ ਲੜਾਈ ਬਣਾ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਇਸ ਗੁੰਝਲ ਨੂੰ ਬੜੇ ਸੋਹਣੇ ਢੰਗ ਨਾਲ ਖੋਲ੍ਹਿਆ। ਜਦੋਂ ਤੁਸੀਂ ਉਸ ਘਟਨਾ ਦੇ ਡੂੰਘੇ ਭਾਵ ਵਿੱਚ ਉਤਰੋਗੇ ਤੇ ਤੁਸੀਂ ਹੈਰਾਨ ਹੋਵੋਗੇ। ਇਹ ਸ਼ਬਦ ਹੀ ਸਾਡੇ ਸਾਹਮਣੇ ਹੈ, ਜਿਹੜਾ ਕਬੀਰ ਜੀ ਦਾ ਆਪਾਂ ਹੁਣੇ ਪੜ੍ਹਦਿਆਂ ਹੋਇਆਂ ਸਾਂਝਾ ਕੀਤਾ ਹੈ, ਵਿਚਾਰਦੇ ਹਾਂ। ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਰਹਾਉ ਦੇ ਬੰਦ ਵਿੱਚ, ਕਹਿੰਦੇ ਨੇ ਇਹ ਮੁੰਡਿਆ ਸਗਲੋ ਦਰਬ ਖੋਈ। ਲੋਕ ਕਹਿੰਦੇ ਨੇ ਕੁਝ ਬਹਾਨੇਬਾਜ਼ ਲੋਕ, ਜਿਨ੍ਹਾਂ ਨੂੰ ਤੰਗੀ ਤੇ ਮੇਰੇ ਸੱਚੇ ਜੀਵਨ ਤੋਂ ਹੈ, ਉਹਨਾਂ ਦੇ ਆਪਣੇ ਝੂਠ ਤੇ ਪਾਪ ਕੰਬ ਜਾਂਦੇ ਨੇ, ਉਹਨਾਂ ਦਾ ਆਪਣਾ ਵਹਿਮ ਭਰਮ ਤੇ ਪਖੰਡ ਕੰਬ ਜਾਂਦਾ ਹੈ। ਜਿਸ ਵੇਲੇ ਕਬੀਰ ਸਾਹਿਬ ਜੀ ਦਾ ਸੱਚਾ ਜੀਵਨ ਮਘਦੇ ਹੋਏ ਦੀਪਕ ਦੀ ਤਰ੍ਹਾਂ ਉਹਨਾਂ ਦੇ ਸਾਹਮਣੇ ਹੁੰਦਾ ਹੈ ਤੇ ਉਹਨਾਂ ਨੂੰ ਆਪਣੇ ਛੋਟੇ ਹੋਣ ਦਾ ਅਹਿਸਾਸ ਹੁੰਦਾ ਹੈ। ਵੇਖੋ, ਆਪ ਮਹਾਨਤਾ ਨਹੀਂ ਕਮਾਈ, ਬਸ ਮਹਾਨਤਾ ਦਾ ਫੱਟਾ ਲਾ ਲਿਆ। ਸੰਸਾਰ ਦਾ ਹਰ ਬੰਦਾ ਹੀ ਐਵੇਂ ਕਰਦਾ। ਬੰਦਾ ਪਾਪ ਕਰਦਾ ਹੈ, ਪਾਪੀ ਅਖਵਾਉਣ ਤੋਂ ਡਰਦਾ ਹੈ। ਧਰਮ ਕਮਾਉਂਦਾ ਨਹੀਂ ਤੇ ਧਰਮੀ ਕੋਈ ਕਹਿ ਦੇਵੇ ਤੇ ਚਾਅ ਚੜ੍ਹ ਜਾਂਦਾ। ਅਜੀਬ ਗੱਲ ਹੈ ਨਾ, ਕਿ ਜਿਹੜਾ ਅਸੀਂ ਮਾੜਾ ਕਰਮ ਕਰਦੇ ਹਾਂ ਨਾ, ਉਹ ਮਾੜਾ ਕਰਮ ਕਰਦੇ ਹਾਂ, ਸਾਨੂੰ ਪਤਾ ਹੈ ਵੀ ਅਸੀਂ ਇਹੋ ਜਿਹੇ ਹਾਂ, ਫਿਰ ਵੀ ਕੋਈ ਕਹਿ ਦੇਵੇ ਤੇ ਕਿੰਨਾ ਕ੍ਰੋਧ ਆਉਂਦਾ, ਗੁੱਸਾ ਆਉਂਦਾ, ਮਨ ਨੂੰ ਚੰਗੀ ਨਹੀਂ ਲੱਗਦੀ ਗੱਲ। ਤੇ ਧਰਮ ਨਹੀਂ ਕਮਾਉਂਦੇ, ਗੁਰਮੁਖ ਨਹੀਂ ਹਾਂ, ਚੰਗੇ ਰਾਹ ਤੇ ਨਹੀਂ ਤੁਰਦੇ ਹਾਂ, ਉਹ ਗੁਣ ਸਾਡੇ 'ਚ ਨਹੀਂ ਹੁੰਦਾ। ਪਰ ਫਰੀ 'ਚ ਹੀ ਕੋਈ ਸਿਫਤ ਕਰੇ ਤੇ ਕਿੰਨੀ ਖੁਸ਼ੀ ਹੁੰਦੀ, ਚਾਅ ਚੜ੍ਹਦਾ ਵੀ ਵਾਹ ਵਾਹ। ਆਪਣੇ ਆਪ ਨੂੰ ਵੀ ਭੁਲੇਖੇ 'ਚ ਰੱਖ ਲਈਦਾ ਵੀ ਹਾਂ ਇਹੋ ਜਿਹੇ ਤਾਂ ਅਸੀਂ ਚੰਗੇ ਤਾਂ ਹੈ ਹੀ ਹਾਂ, ਅਸੀਂ ਕਿਹੜਾ ਕਿਸੇ ਦੇ ਮਾਂ ਮਾਰੇ ਕੋਈ ਬੁਰਾ ਕੀਤਾ। ਮਨੁੱਖ ਚਾਹੁੰਦਾ ਹੀ ਇਹ ਹੈ ਵੀ ਜਿਵੇਂ ਮੈਂ ਆਪਣੇ ਪਾਪ ਕੱਜਦਾ ਨਾ, ਇਵੇਂ ਦੁਨੀਆ ਵੀ ਮੇਰੇ ਪਾਪ ਕੱਜਦੀ ਰਹੇ। ਤੇ ਜਿਵੇਂ ਮੈਂ ਆਪਣੇ ਆਪ ਨੂੰ ਭੁਲੇਖੇ 'ਚ ਰੱਖਦਾ ਨਾ ਵੀ ਮੈਂ ਬੜਾ ਚੰਗਾ,
ਉਸੇ ਤਰ੍ਹਾਂ ਦੁਨੀਆ ਵੀ ਮੈਨੂੰ ਚੰਗਾ ਚੰਗਾ ਕਹਿੰਦੀ ਰਹੇ ਤੇ ਇਵੇਂ ਮੇਰੀ ਰਾਸ ਲੋਕਾਂ ਨਾਲ ਰਲੇ, ਲੋਕ ਮੇਰੇ ਨਾਲ ਰਾਸ ਰਲਾ ਕੇ ਚੱਲਣ, ਤੋ ਚੰਗਾ ਰਹਿੰਦਾ ਕੰਮ। ਕਬੀਰ ਜੀ ਮਹਾਰਾਜ ਐਸੇ ਨਹੀਂ। ਉਹਨਾਂ ਨਾ ਕਿਸੇ ਮਨੁੱਖ ਦੇ ਅੱਗੇ ਨਿਉਣਾ ਹੈ, ਸਤਿਕਾਰ ਸਭ ਦਾ, ਆਦਰ ਸਭ ਦਾ, ਪਰ ਪਾਪੀ ਨੂੰ ਇਹ ਨਹੀਂ ਕਹਿਣਾ ਵੀ ਤੂੰ ਗੁਰਮੁਖ ਹੈ, ਉਹਨੂੰ ਇਹ ਨਹੀਂ ਕਹਿਣਾ ਤੂੰ ਬੜਾ ਭਗਤ ਪਿਆਰਾ ਹੈ, ਨਾ। ਉਹਨਾਂ ਨੇ ਵਹਿਮ ਕਰਨ ਵਾਲੇ ਨੂੰ, ਪਖੰਡ ਕਰਨ ਵਾਲੇ ਨੂੰ, ਵਕਾਰ ਭੋਗਣ ਵਾਲੇ ਨੂੰ, ਮੰਦੇ ਅਮਲ ਕਰਨ ਵਾਲੇ ਨੂੰ ਨਾਲ ਦੀ ਨਾਲ ਸੇਧ ਵੀ ਦੇਣੀ ਹੈ ਵੀ ਭਾਈ ਗਲਤ ਰਾਹ ਹੈ, ਇੱਥੇ ਨਾ ਤੁਰ। ਦੂਜੀ ਇੱਕ ਗੱਲ ਹੋਰ, ਜੇ ਐਸੇ ਮਹਾਂਪੁਰਖ ਆਪਣੀ ਰਸਨਾ ਤੋਂ ਨਾ ਵੀ ਕੁਝ ਕਹਿਣ ਨਾ, ਉਹਨਾਂ ਦੇ ਚੰਗੇ ਜੀਵਨ ਦੇ ਪ੍ਰਭਾਵ ਦੇ ਸਾਹਮਣੇ ਜਿਹੜੇ ਭਰਮਗ੍ਰਸੇ ਲੋਕ ਹੁੰਦੇ ਨੇ ਆਪਣੇ ਆਪ ਨੂੰ ਵੈਸੇ ਹੀ ਛੋਟਾ ਮਹਿਸੂਸ ਕਰਨ ਲੱਗ ਪੈਂਦੇ ਨੇ, ਉਹਨਾਂ ਨੂੰ ਵੈਸੇ ਹੀ ਖਤਰਾ ਬਣ ਜਾਂਦਾ ਵੀ ਸਾਡੀ ਸਪੇਸ ਹੈ ਤੇ ਸਾਡੀ ਸਪੇਸ ਘੇਰੀ ਜਾਂਦਾ। ਕਈ ਵਾਰ ਤੁਸੀਂ ਇਹ ਵੀ ਵੇਖਣਾ, ਗੁਰੂ ਨਾਨਕ ਮਹਾਰਾਜ ਨੇ ਮੋਦੀ ਖਾਨੇ ਦਾ ਜਦੋਂ ਚਾਰਜ ਲਿਆ, ਉਹਨਾਂ ਨੇ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ ਦੌਲਤ ਖਾਂ ਕੋਲ। ਮਹਾਰਾਜ ਨੇ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ, ਪਰ ਮਹਾਰਾਜ ਦੀ ਸ਼ਿਕਾਇਤ 3 ਵਾਰ ਹੋ ਗਈ। ਤੁਸੀਂ ਇਤਿਹਾਸ ਸਾਖੀਆਂ ਪੜ੍ਹੋ, ਕਿਸੇ ਦੀ ਵੀ ਸ਼ਿਕਾਇਤ ਮਹਾਰਾਜ ਮੋਦੀ ਖਾਨੇ ਦੀ ਸਾਰੀ ਜ਼ਿੰਮੇਵਾਰੀ ਲੈ ਕੇ ਇੱਕ ਵਾਰ ਵੀ ਸ਼ਿਕਾਇਤ ਲੈ ਕੇ ਨਹੀਂ ਗਏ, ਆਹ ਬੰਦਾ ਆਹ ਕਰਦਾ, ਨਹੀਂ। ਉਹਨਾਂ ਜਦੋਂ ਆਪਣਾ ਕਾਰਜ ਆਰੰਭ ਕੀਤਾ, ਜਿਨ੍ਹਾਂ ਦੇ ਅੰਦਰ ਦੇ ਪਾਪ ਕੰਬੇ, ਉਹਨਾਂ ਨੂੰ ਲੱਗਿਆ ਵੀ ਕਿੱਥੇ ਜਾਈਏ, ਉਹਨਾਂ ਗੰਢ ਤੁੱਪ ਕਰ ਲਈ ਤੇ ਆਪੇ ਹੀ ਦੌਲਤ ਖਾਂ ਕੋਲ ਪਹੁੰਚ ਗਏ ਵੀ ਪਹਿਲ ਹੀ ਕਰ ਲਈਏ। ਉਦੋਂ ਪਹਿਲਾਂ ਵੀ ਸਾਡੇ ਪਾਜ ਖੁੱਲਣ, ਦੌਲਤ ਖਾਂ ਨੂੰ ਕਹੋ ਇਹ ਠੀਕ ਨਹੀਂ ਹੈ, ਮੋਦੀ ਖਾਨਾ ਲੁਟਾ ਦੇਣਗੇ। ਹਾਲਾਂਕਿ 3 ਵਾਰ ਹਿਸਾਬ ਹੋਇਆ ਤੇ ਵਾਧਾ ਗੁਰੂ ਨਾਨਕ ਦਾ ਹੀ ਨਿਕਲਿਆ। ਮਹਾਰਾਜ ਜੋ ਦੇ ਰਹੇ ਸਨ ਆਪਣੀ ਕਮਾਈ ਚੋਂ ਦੇ ਰਹੇ ਸਨ, ਮੋਦੀ ਖਾਨੇ ਚੋਂ, ਸਰਕਾਰੀ ਕਮਾਈ ਚੋਂ ਨਹੀਂ ਸਨ ਦੇ ਰਹੇ। ਤੋਲ ਪੂਰਾ ਸੀ, ਨਾ ਲੈਣ ਵਾਲੇ ਨੂੰ ਘਾਟਾ, ਨਾ ਕੁਝ ਦੇਣ ਵਾਲੇ ਨੂੰ ਘਾਟਾ। ਪਹਿਲਿਆਂ ਵਾਲੇ ਨਹੀਂ ਸਨ ਵੀ ਦੇਣ ਵੇਲੇ ਵੱਟੇ ਹੋਰ ਤੇ ਲੈਣ ਵੇਲੇ ਵੱਟੇ ਹੋਰ, ਪੂਰਾ ਤੋਲ। ਸਮੱਸਿਆ ਤੇ ਉਹਨਾਂ ਨੂੰ ਸੀ ਜਿਨ੍ਹਾਂ ਦੇ ਤੋਲ ਨਾ ਲੈਣ ਵੇਲੇ ਪੂਰੇ ਸਨ, ਨਾ ਕੁਝ ਦੇਣ ਵੇਲੇ ਪੂਰੇ ਸਨ, ਤੇ ਉੱਪਰਲੀ ਕਮਾਈ ਤੇ ਜ਼ਿਆਦਾ ਯਕੀਨ ਸੀ ਜਿਨ੍ਹਾਂ ਨੂੰ, ਸਮੱਸਿਆ ਉਹਨਾਂ ਨੂੰ ਸੀ। ਇਸ ਕਰਕੇ ਉਹਨਾਂ ਨੇ ਹੀ ਬਹਾਨਾ ਬੜੇ ਜੀ ਲੁਟਾ ਦੇਣਗੇ। ਹੁਣ ਇਹ ਜਿਹੜੀ ਚੀਜ਼ ਹੈ, ਹੁਣ ਕਾਰਨ ਪਿੱਛੇ ਕੀ ਹੈ ਵੀ ਉਹ ਆਪ ਖੋਟੇ ਨੇ। ਬਹਾਨਾ ਕੀ ਹੈ, ਨਹੀਂ ਜੀ ਇਸ ਤਰ੍ਹਾਂ ਥੋੜ੍ਹੀ ਵਪਾਰ ਚੱਲਦੇ, ਇੱਦਾਂ ਮੋਦੀ ਖਾਨਾ ਥੋੜ੍ਹੀ ਚੱਲਣਾ। ਰਲ ਗਏ ਸਾਰੇ, ਇਕੱਠੇ ਹੋ ਗਏ। ਕਬੀਰ ਜੀ ਮਹਾਰਾਜ ਕੋਈ ਆਪਣਾ ਘਰ ਨਹੀਂ ਲੁਟਾ ਰਿਹਾ, ਉਹ ਤਾਂ ਆਪਣੀ ਕਿਰਤ ਧਰਮ ਦੀ ਕਿਰਤ ਕਰ ਰਹੇ ਨੇ। ਉਹਦੇ ਵਿੱਚੋਂ ਸਤ ਸੰਗੀਆਂ ਦੀ ਯਥਾ ਸ਼ਕਤ ਸੇਵਾ ਵੀ ਕਰਦੇ ਨੇ। ਪਰ ਲੋਕ ਨੇ ਨਾ ਜੀ, ਉਹ ਜੇ 1 ਪੈਸੇ ਦੀ ਗੱਲ ਹੋਈ ਤੇ ਉਹਨਾਂ ਨੇ 1000 ਦੀ ਬਣਾਉਣੀ, ਜੇ 1000 ਦੀ ਹੋਈ ਤੇ ਲੱਖ ਦੀ ਹੋਈ ਤੇ ਕਰੋੜ ਦੀ ਬਣਾਉਣਗੇ। ਲੋਕਾਂ ਦੀ ਸੋਚ ਦੇ ਘੋੜਿਆਂ ਨੂੰ ਕੌਣ ਬੰਨ੍ਹ ਸਕਦਾ ਹੈ? ਗੱਲ ਕੀ ਹੁੰਦੀ ਹੈ ਤੇ ਕੀ ਬਣ ਜਾਂਦੀ ਹੈ, ਤਾਂ ਆਪਾਂ ਅੱਗੇ ਵੀ ਇੱਕ ਦਿਨ ਵਿਚਾਰ ਕੀਤਾ ਹੈ। ਆਪਣੀ ਕਹੀ ਹੋਈ ਗੱਲ ਤੁਸੀਂ 12ਵੇਂ ਬੰਦੇ ਕੋਲੋਂ ਜਾ ਕੇ ਸੁਣ ਲਿਓ, ਤੁਸੀਂ ਹੈਰਾਨ ਰਹਿ ਜਾਓਗੇ ਵੀ ਮੈਂ ਤੇ ਗੱਲ ਕੀਤੀ ਨਹੀਂ। 11 ਬੰਦਿਆਂ ਦੇ ਦਿਮਾਗ ਚੋਂ ਨਿਕਲ ਕੇ ਨਾ ਗੱਲ, ਤੇ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆਟੇ ਨਾਲ ਪਲੇਥਣ ਵੱਧ ਲੱਗ ਜਾਂਦਾ ਹੈ, ਇਹ ਵਾਪਰ ਜਾਂਦਾ। ਗੱਲ ਕੀ ਹੋਏਗੀ, ਕਿੱਥੇ ਕੀ ਕੁਝ ਵਾਪਰ ਜਾਏ। ਇਸ ਕਰਕੇ ਜੋ ਕੁਝ ਅਸੀਂ 4 ਚੁਫੇਰਿਓਂ ਸੁਣਦੇ ਹਾਂ ਨਾ, ਉਹ ਬਹੁਤਾ ਕਚਰਾ ਹੀ ਹੁੰਦਾ ਹੈ। ਉਹਨਾਂ ਗੱਲਾਂ 'ਚ ਉਨੀ ਸੱਚਾਈ ਨਹੀਂ ਹੁੰਦੀ ਜਿੰਨੀ ਜਿਹੜੀ ਗੱਲ ਜਿੱਥੇ ਵਾਪਰੀ ਹੁੰਦੀ ਹੈ, ਜਿੰਨਾ ਸੱਚ ਉੱਥੇ ਹੁੰਦਾ ਹੈ। ਸਾਡੇ ਤੱਕ ਪਹੁੰਚਦਿਆਂ ਤਾਂ ਉਹਦਾ ਹੁਲੀਆ ਹੀ ਵਿਗੜ ਜਾਂਦਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਉਹ ਕੁਝ ਲੋਕ ਸਨ ਜਿਨ੍ਹਾਂ ਨੂੰ ਲੋਭ ਦੀ, ਪਾਪ ਦੀ ਕਮਾਈ ਚੰਗੀ ਲੱਗਦੀ ਹੈ, ਜਿਹੜੇ ਔਖੇ ਤਕਲੀਫ ਵਿੱਚ ਤਾਂ ਇਸ ਕਰਕੇ ਸਨ ਵੀ ਕਬੀਰ ਜੀ ਸਤਸੰਗ ਕਰਦੇ ਨੇ, ਸਤ ਸੰਗੀਆਂ ਨੂੰ ਪ੍ਰੇਮ ਕਰਦੇ ਨੇ, ਪਰ ਉਹਨਾਂ ਨੇ ਬਹਾਨਾ ਕੀ ਘੜਿਆ, ਇਹ ਮੁੰਡਾ, ਇਹ ਬੱਚਾ ਸਗਲੋਂ ਦਰਬ ਕੋਈ ਆਪਣਾ ਘਰ ਲੁਟਾਉਣ ਤੇ ਹੋਇਆ ਜੀ, ਆਪਣਾ ਘਰ ਲੁਟਾਈ ਜਾਂਦਾ ਹੈ। ਆਵਤ ਜਾਤ
ਨਾਕ ਸਰ ਹੋਈ। ਕੋਈ ਇਹਦੇ ਘਰੇ ਆ ਰਿਹਾ ਸਤਸੰਗੀ, ਕੋਈ ਜਾ ਰਿਹਾ, ਕਦੀ ਇਹ ਸਤਸੰਗ 'ਚ ਜਾਂਦਾ ਹੈ, ਕਦੀ ਆਉਂਦਾ ਹੈ। ਇਹਨੇ ਤਾਂ ਜੀ ਸਾਰੇ ਆਲੇ ਦੁਆਲੇ ਦੇ ਨੱਕ 'ਚ ਦਮ ਕੀਤਾ ਹੋਇਆ। ਇਹ ਤਾਂ ਅਜੀਬ ਵਰਤਾਰਾ ਹੈ। ਸ਼ਰਾਬ ਪੀਣ ਵਾਲੇ ਦੇ ਘਰੇ 20 ਸ਼ਰਾਬੀ ਆਉਣ ਜਾਣ, ਕੋਈ ਤਕਲੀਫ ਨਹੀਂ ਹੁੰਦੀ। ਉਹ ਕਿਤੇ ਚਲੇ ਜਾਏ ਸਤਸੰਗ 'ਚ, ਉਹ ਕਿਤੇ ਚਲੇ ਜਾਏ ਬਾਣੀ ਪੜ੍ਹਨ, ਸੇਵਾ ਕਰਨ, ਤਕਲੀਫ ਹੋ ਜਾਂਦੀ ਹੈ। ਜਾਨੀ ਸਮੱਸਿਆ ਉਸ ਚੀਜ਼ ਤੋਂ ਹੈ ਨਾ, ਜਿਹੋ ਜਿਹੀ ਲੋਕਾਂ ਦੀ ਬਣਤਰ ਨਹੀਂ, ਉਹ ਚੀਜ਼ ਤੋਂ ਸਮੱਸਿਆ ਹੈ। ਜੂਏਖਾਨੇ 'ਚ ਜਾਣ ਵਾਲੇ ਨੂੰ ਕੋਈ ਨਹੀਂ ਕਹੇਗਾ ਨਾ ਜਾਈ, ਤੂੰ ਕਿਤੇ ਜੁਆਰੀ ਨਾ ਬਣ ਜਾਈ। ਗੁਰਦੁਆਰੇ 4 ਦਿਨ ਕੋਈ ਆ ਜਾਏ, ਉਹਨੂੰ ਕਹਿਣਗੇ ਲੱਗਦਾ ਬਾਬਾ ਬਣੇਗਾ। 4 ਦਿਨ ਪਾਰਟੀ 'ਚੋਂ ਕੋਈ ਰੱਜ ਕੇ ਆ ਜਾਏ, ਕੋਈ ਵਰੀ ਨਹੀਂ ਕਰਦਾ। ਇਟਸ ਨੋਰਮਲ, ਚੱਲਦਾ। 4 ਦਿਨ ਕੋਈ ਘਰ 'ਚ ਗੁਟਕਾ ਸਾਹਿਬ ਲੈ ਕੇ ਪਾਠ ਕਰ ਲੈ, ਟੱਬਰ ਦੇ ਜੀ ਕਹਿਣ ਲੱਗ ਪੈਣਗੇ ਲੱਗਦਾ ਹੁਣ ਅੰਮ੍ਰਿਤ ਵੀ ਛਕੇਗਾ, ਲੱਗਦਾ ਹੁਣ ਅਖੰਡ ਪਾਠੀ ਬਣੇਗਾ। ਮਤਲਬ ਗੱਲ ਕੀ ਹੈ ਤੇ ਕੀ ਬਣਾਈ ਜਾ ਰਹੀ ਹੈ, ਉਸ ਚੀਜ਼ ਨੂੰ ਜਾਨੀ ਅਸੀਂ ਜਿੰਨਾ ਮਰਜ਼ੀ ਅਸੀਂ ਕਹੀਏ ਅਸੀਂ ਧਰਮ ਨੂੰ ਬਹੁਤ ਪ੍ਰੇਮ ਕਰਦੇ, ਪਰ ਸਾਡਾ ਜਿਹੜਾ ਦ੍ਰਿਸ਼ਟੀਕੋਣ ਹੈ ਕਿਸੇ ਚੀਜ਼ ਨੂੰ ਵੇਖਣ ਦਾ, ਉਹ ਬੜਾ ਅਜਬ ਹੈ। ਅਚੰਭਾ ਹੋ ਜਾਂਦਾ ਹੈ ਸਾਨੂੰ। ਉਹਨੂੰ ਅਸੀਂ ਬਖਸ਼ਿਸ਼ ਘੱਟ ਸਮਝਦੇ ਹਾਂ ਅਤੇ ਹੈਰਾਨੀ ਨਾਲ ਪਹਿਲਾਂ ਟਾਰਗੇਟ ਹੀ ਉਸ ਬੰਦੇ ਨੂੰ ਕਰਦੇ ਜਿਹੜਾ ਉਸ ਰਾਹ ਦੇ ਉੱਤੇ ਅਜੇ ਪੈਰ ਹੀ ਰੱਖਿਆ ਹੋਵੇ ਨਾ ਉਹਨੇ। ਜਦੋਂ ਉਹਨੂੰ ਟਾਰਗੇਟ ਕਰਨਾ, ਉਹਨੂੰ ਉਦੋਂ ਹੀ ਸੁੱਝ ਜਾਂਦੀ ਹੈ ਵੀ ਹੋ ਸਕਦਾ ਮੈਂ ਗਲਤ ਹਾਂ, ਮੈਨੂੰ ਲੋਕਾਂ ਨਾਲ ਰਲ ਕੇ ਚੱਲਣਾ ਚਾਹੀਦਾ। ਤਾਂ ਇਹ ਜਿਹੜੀ ਚੀਜ਼ ਹੈ ਨਾ, ਇਹ ਸਾਡੀ ਮੈਂਟੈਲਿਟੀ 'ਚ ਪਈ ਹੈ, ਸਾਡੀ ਸੁਰਤ 'ਚ ਪਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਮ ਦੇ ਵਾਕ ਵਿੱਚ, ਟੂਟੇ ਤਾਗੇ ਨੇ ਖੁੱਟੀ ਪਾ। ਹਾਲਾਂਕਿ ਕਬੀਰ ਜੀ ਨੇ ਕੋਈ ਖੱਡੀ ਚਲਾਉਣੀ ਬੰਦ ਨਹੀਂ ਕੀਤੀ, ਉਹਨਾਂ ਨੇ ਕੋਈ ਕਿਰਤ ਬੰਦ ਨਹੀਂ ਕੀਤੀ, ਪਰ ਲੋਕ ਨੇ ਜੀ, ਲੋਕਾਂ ਨੂੰ ਕੌਣ ਸਮਝਾਏ। ਇੱਕ ਦਿਨ ਖੱਡੀ ਨਹੀਂ ਚਲਾਈ ਤਾਂ ਲੋਕਾਂ ਨੇ ਕਹਿਣਾ ਜੀ ਵੇਖੋ ਜੀ ਇਹ ਕਿੱਥੇ ਕੰਮ ਨੂੰ ਹੱਥ ਲਾਉਂਦਾ, ਇਹ ਧਾਗੇ ਟੁੱਟੇ ਰਹਿੰਦੇ ਨੇ ਜੀ ਘਰੇ। ਜਿਹੜੀ ਪਾਣ ਕੱਪੜੇ ਨੂੰ ਚਾੜ੍ਹਨੀ ਹੁੰਦੀ ਉਹਨੂੰ ਖੁੱਟੀ, ਉਹ ਸੁੱਕ ਜਾਂਦੀ ਹੈ ਪਈ। ਫਿਰ ਕਹਿੰਦੇ ਨੇ ਦੁਆਰ ਉੱਪਰ ਝਲਕਾਵੇਂ ਕਾਨ। ਉਹ ਜਿਹੜੇ ਕਾਨੇ ਨੇ, ਜਿਹੜੇ ਖੱਡੀ ਦੇ ਵਿੱਚ ਤਾਣਾ ਪੇਟੇ ਵਾਸਤੇ ਕੰਮ, ਉਹ ਤਾਂ ਜੀ ਵੇਖੋ ਬੂਹੇ ਨਾਲ ਲੱਗੇ ਰਹਿੰਦੇ। ਮੈਂ ਤਾਂ ਕਦੀ ਵਰਤਦਿਆਂ ਵੇਖਿਆ ਨਹੀਂ। ਕੂਚ ਵਿਚਾਰੇ ਫੂਏ ਫਲ, ਜਿਹੜੇ ਕੁਚ ਨੇ ਜਿਨ੍ਹਾਂ ਨਾਲ ਧਾਗੇ ਨੂੰ ਨੇੜੇ ਕੀਤਾ ਜਾਂਦਾ, ਪੱਕਾ ਕੀਤਾ ਜਾਂਦਾ, ਸੰਘਣਾ ਕੀਤਾ ਜਾਂਦਾ, ਉਹ ਜੀ ਖਿਲਰੇ ਰਹਿੰਦੇ ਨੇ। ਉਹ ਤਾਂ ਇਹਨੂੰ ਮੁੰਡਿਆਂ ਨੂੰ ਸਿਰ ਚੜ੍ਹਵੋ, ਪਤਾ ਨਹੀਂ ਕੀ ਸਿਰ 'ਤੇ ਮੌਤ ਕਾਲ ਕੂਕਦਾ ਜੀ। ਇਹ ਤਾਂ ਘਰ ਦੇ ਕੰਮ ਨੂੰ ਹੱਥ ਲਾ ਕੇ ਖੁਸ਼ ਨਹੀਂ। ਜਿਵੇਂ ਸਾਨੂੰ ਸਾਖੀਕਾਰਾਂ ਨੇ ਦੱਸਿਆ, ਮਹਾਰਾਜ ਖੇਤੀ ਕਰਨ ਗਏ, ਨਹੀਂ ਕੀਤੀ। ਮੱਝਾਂ ਚਾਰਨ ਗਏ, ਨਹੀਂ ਹੋਈ। ਮੋਦੀਖਾਨਾ ਚਲਾਉਣ ਗਏ, ਕਿੱਥੇ ਜੀ। ਮਤਲਬ ਸਾਡੀ ਦ੍ਰਿਸ਼ਟੀ ਨਾਲ ਮਹਾਰਾਜ ਨਾ ਖੇਤੀ ਕਰਦੇ ਨੇ, ਨਾ ਮੱਝਾਂ ਚਾਰਦੇ ਨੇ, ਨਾ ਵਪਾਰ ਕਰਦੇ ਨੇ, ਨਾ ਮੋਦੀਖਾਨਾ ਕਰਦੇ ਨੇ। ਸਾਡੀ ਦ੍ਰਿਸ਼ਟੀ ਨਾਲ ਲੋਕਾਂ ਇਹੋ ਹੀ ਕਿਹਾ ਨਾ, ਜਦੋਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੁਨਿਆਵੀ ਵਿੱਦਿਆ ਤੋਂ ਵੀ ਨਿਪੁੰਨ ਸਨ। ਜਿਹੜਾ ਕਾਰਜ ਕੀਤਾ ਨਿਪੁੰਨਤਾ ਨਾਲ ਕੀਤਾ, ਤਜਰਬੇ ਕੀਤੇ ਵੱਖਰੇ ਵੱਖਰੇ, ਪਰ ਉਹਨਾਂ ਦਾ ਆਸ਼ਾ ਤੇ ਮਕਸਦ ਹੋਰ ਸੀ। ਇਸ ਕਰਕੇ ਉਹਨਾਂ ਉਹ ਸਾਰੇ ਕੰਮ ਛੱਡੇ ਤੇ ਉਸ ਰਾਹ ਤੇ ਪਏ। ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਉਹ ਕਾਰਜ ਆਉਂਦੇ ਨਹੀਂ, ਉਹ ਤਾਂ ਨਿਪੁੰਨ ਨੇ। ਉਹਨਾਂ ਨੇ ਕਿਰਤ ਕਰੋ ਦਾ ਉਪਦੇਸ਼ ਦਿੱਤਾ ਹੈ ਸਾਰੇ ਸੰਸਾਰ ਨੂੰ। ਪਰ ਸਾਡਾ ਲੋਕਾਂ ਦਾ ਮੂੰਹ ਨਹੀਂ ਨਾ ਫੜਿਆ ਜਾ ਸਕਦਾ। ਅਸੀਂ ਤਾਂ ਕਹਿਣਾ ਹੀ ਹੈ ਜੀ ਨਹੀਂ ਜੀ ਨਹੀਂ, ਆ ਵੀ ਰਹਿ ਗਿਆ ਸੀ, ਆ ਵੀ ਕੰਮ ਨਹੀਂ ਸੀ ਹੋਇਆ, ਉੱਥੇ ਵੀ ਉਲਾਂਭਾ ਆ ਗਿਆ ਸੀ, ਫਲਾਨੀ ਜਗ੍ਹਾ ਤੋਂ ਵੀ। ਤੁਸੀਂ ਆਪ ਸੋਚੋ, ਜਿਹੜਾ ਬੰਦਾ ਉਲਾਂਭਾ ਹੀ ਲਿਆਵੇ, ਇਹ ਕੋਈ ਚੰਗੀ ਇਮੇਜ ਦੀ ਗੱਲ ਨਹੀਂ ਹੈ, ਪਰ ਅਸੀਂ ਮੰਨਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਕਹਿੰਦੇ ਨੇ ਤੁਰੀ ਨਾਰ ਕੀ ਛੋਡੀ ਬਾਤਾ। ਉਹ ਜਿਹੜੀਆਂ ਨਾਲਾਂ ਨੇ, ਜਿਹਨੂੰ ਆਪਾਂ ਕਹਿੰਦੇ ਆ ਵੀ ਖੱਡੀ ਵਾਸਤੇ 4 ਚੁਫੇਰੇ ਜਿਹੜੀਆਂ ਨਾਲਾਂ ਗੱਡੀਆਂ ਹੁੰਦੀਆਂ ਸਨ, ਜਿਨ੍ਹਾਂ ਦੇ ਉੱਤੇ ਕੱਪੜਾ ਬੁਣਨਾ ਸੀ,
ਵੇਖੋ ਜੀ, ਉਹਦੀ ਤਾਂ ਗੱਲ ਹੀ ਨਹੀਂ ਇਹ ਕਰਦਾ, ਇਹਦੀਆਂ ਤਾਂ ਗੱਲਾਂ ਹੀ ਹੋਰ। ਬੰਦੇ ਦੀ ਆਪਣੀ ਕਿਰਤ ਦੀ ਗੱਲ ਹੋਣੀ ਚਾਹੀਦੀ ਹੈ, ਆਪਣੇ ਕੰਮਕਾਰ ਦੀ ਤਾਂ ਕੋਈ ਗੱਲ ਹੀ ਨਹੀਂ। ਰਾਮ ਨਾਮ ਵਾਕਾ ਮਦਰਾ, ਬਸ ਰੱਬ ਦੇ ਨਾਮ 'ਚ ਰੰਗਿਆ ਹੋਇਆ, ਰੱਬ ਰੱਬ ਕਰਦਾ ਰਹਿੰਦਾ, ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ, ਰੱਬ ਦੀਆਂ ਗੱਲਾਂ ਕਰਦਾ ਹੈ, ਦੁਨੀਆ ਦੀ ਤਾਂ ਗੱਲ ਹੀ ਨਹੀਂ ਕਰਦਾ। ਭਾਵੇਂ ਕਿ ਮੈਂ ਫਿਰ ਕਹਿ ਰਿਹਾ, ਕਬੀਰ ਜੀ ਨੇ ਕਿਰਤ ਨੂੰ ਨਾ ਛੱਡਿਆ ਤੇ ਨਾ ਨਕਾਰਿਆ, ਪਰ ਉਹ ਗੱਲ ਕਰ ਰਹੇ ਨੇ ਵੀ ਇਹ ਤੁਹਾਨੂੰ ਸਹਿਣਾ ਪੈਂਦਾ ਹੈ। ਭਾਵੇਂ ਤੁਸੀਂ ਆਪਣੇ ਰਾਹ ਤੇ ਸਹੀ ਹੋ, ਪਰਿਵਾਰ ਵੀ ਪਾਲ ਰਹੇ ਨੇ ਕਬੀਰ ਜੀ, ਸਤ ਸੰਗੀਆਂ ਦੀ ਸੇਵਾ ਵੀ ਕਰ ਰਹੇ ਨੇ, ਪਰ ਇਹ ਗੱਲਾਂ ਕਹਿਣ ਵਾਲਿਆਂ ਨੂੰ ਤਕਲੀਫ ਜਿਹੜੀ ਹੈ ਉਹ ਕਬੀਰ ਜੀ ਦੇ ਕੰਮ ਤੋਂ ਨਹੀਂ ਹੈ। ਇਹ ਬਹਾਨਾ ਇਸ ਕਰਕੇ ਵੀ ਕਬੀਰ ਜੀ ਦੀ ਤਰਜ਼ੇ ਜ਼ਿੰਦਗੀ ਉਹਨਾਂ ਨੂੰ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ, ਪਰ ਗੱਲਾਂ ਹੋਰ ਨੇ, ਕਾਰਨ ਹੋਰ ਨੇ, ਬਣਾਈਆਂ ਹੋਰ ਜਾਂਦੀਆਂ ਨੇ। ਫਿਰ ਉਹ ਫਰਮਾਉਂਦੇ ਨੇ, ਲੜਕੀ ਲੜਕਨ ਖੈਬੋ ਨਾ ਹੈ, ਮੁੰਡੀਆਂ ਅਨਦਿਨ ਧਾਪੇ ਜਾਏ। ਲੋਕ ਕਹਿੰਦੇ ਨੇ ਵੀ ਅਸੀਂ ਨਾ ਆਪਣੇ ਬੱਚੇ ਬੱਚੀਆਂ ਨੂੰ ਇੰਨੀ ਮਿਹਨਤ ਕਰਦੇ ਹਾਂ, ਵੇਖੋ ਜੀ ਸਾਡੀ ਤੇ ਅਜੇ ਤੱਕ ਪੂਰੀ ਨਹੀਂ ਪੈਂਦੀ, ਪਰ ਇਹਦੇ ਘਰ ਸਤ ਸੰਗੀ ਆਉਂਦੇ ਨੇ, ਰੱਜ ਰੱਜ ਜਾਂਦੇ ਨੇ। ਅਸੀਂ ਇੰਨਾ ਕਮਾਉਂਦੇ ਹਾਂ, ਸਾਡੇ ਤਾਂ ਨਿਆਣਿਆਂ ਨੂੰ ਪੂਰਾ ਨਹੀਂ ਪੈਂਦਾ, ਇਹਦੇ ਸਤ ਸੰਗੀ ਵੀ ਰੱਜ ਰੱਜ ਜਾਂਦੇ ਨੇ। ਇਹ ਕਿਵੇਂ ਹੋ ਸਕਦਾ ਹੈ, ਜਦੋਂ ਕਿ ਉਸ ਹਿਸਾਬ ਨਾਲ ਇਹ ਨਾ ਇਹ ਖੱਡੀ ਚਲਾਵੇ ਨਾ ਕੰਮ ਕਰੇ, ਅਸੀਂ ਦਿਨ ਰਾਤ ਖਪਦੇ ਹਾਂ, ਸਾਡੇ ਨਿਆਣੇ ਭੁੱਖੇ ਰਹਿ ਜਾਂਦੇ ਨੇ, ਇਹ ਕੰਮ ਵੀ ਲੰਗੇ ਡੰਗ ਕਰਦਾ ਹੈ। ਤੇ ਸਤ ਸੰਗੀ ਧਾਪੇ, ਧਾਪੇ ਦਾ ਮਤਲਬ ਹੁੰਦਾ ਹੈ ਰੱਜ ਰੱਜ ਜਾਂਦੇ ਨੇ, ਲੰਗਰ ਲੱਗਾ, ਪ੍ਰਸ਼ਾਦਾ ਛਕਦੇ ਨੇ। ਇਹ ਕਿਵੇਂ ਹੋ ਸਕਦਾ? ਤੋ ਅੱਗੇ ਜਾ ਕੇ ਕਹਿੰਦੇ ਨੇ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਇੱਕ ਅੱਧਾ ਇਹਦੇ ਘਰ 'ਚ ਸਤ ਸੰਗੀ ਕੋਈ ਮਿਲਣ ਆ ਜਾਂਦਾ ਹੈ, ਕੋਈ ਮਿਲ ਕੇ ਤੁਰਿਆ ਜਾਂਦਾ ਹੈ, ਕੋਈ ਰਾਹ 'ਚ ਆ ਰਿਹਾ, ਯਾਨੀ ਕਿ ਆਉਣ ਜਾਣ ਦਾ ਤਾਂਤਾ ਲੱਗਾ ਹੋਇਆ। ਇਹ ਸਤਿਕਾਰ ਹੈ ਕਬੀਰ ਜੀ ਦਾ, ਵੀ ਦੂਰ ਦਰਾਜ ਤੋਂ ਉਹਨਾਂ ਦੇ ਪ੍ਰੇਮੀ ਸਤ ਸੰਗੀ ਆਉਂਦੇ ਨੇ। ਕੋਈ ਜਦੋਂ ਘਰ ਆ ਜਾਂਦਾ ਹੈ, ਉਸ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਉਂਦੇ ਹੋਣਗੇ, ਭਾਵੇਂ ਛਕਣ ਵਾਲਾ 100 'ਚੋਂ ਇੱਕ ਹੋਵੇ, ਗੱਲ ਇਹ ਨਹੀਂ ਹੈ। ਸਮੱਸਿਆ ਇਹ ਹੈ ਵੀ ਲੋਕਾਂ ਦੀ ਗੱਲ ਸੁਣੋ। ਇਹ ਹੁਣ ਕਬੀਰ ਜੀ ਕਿਉਂ ਆਪ ਬੀਤੀ ਦੱਸ ਰਹੇ ਨੇ? ਉਹ ਕਹਿ ਰਹੇ ਨੇ ਵੀ ਭਾਈ, ਕੱਲਾ ਤੁਹਾਨੂੰ ਲੋਕਾਂ ਦੇ ਪੱਥਰ ਹੀ ਨਹੀਂ ਸਹਿਣੇ ਪੈਂਦੇ, ਉਸ ਤੋਂ ਪਹਿਲਾਂ ਜਿਹੜਾ ਸਹਿਣਾ ਪੈਂਦਾ ਨਾ, ਉਹਦੇ ਲਈ ਆਪਣੀ ਮੈਂਟੈਲਿਟੀ ਨੂੰ, ਆਪਣੀ ਸੁਰਤ ਨੂੰ, ਆਪਣੀ ਮਾਨਸਿਕਤਾ ਨੂੰ ਇੰਨਾ ਬੁਲੰਦ ਰੱਖੋ ਵੀ ਸੰਸਾਰ ਦੀਆਂ, ਲੋਕਾਂ ਦੀਆਂ ਉਹ ਗੱਲਾਂ ਵੀ ਤੁਹਾਨੂੰ ਸਹਿਣੀਆਂ ਪੈ ਸਕਦੀਆਂ। ਤੁਸੀਂ ਖੁਦ ਚੰਬੇ 'ਚ ਹੋ ਜਾਂਦੇ ਹੋ ਕਈ ਵਾਰ ਵੀ ਇਹ ਕਰ ਕੀ ਰਹੇ ਨੇ ਲੋਕ, ਗੱਲ ਕੀ ਕਰ ਰਹੇ ਨੇ, ਗੱਲ ਕੀ ਹੈ ਤੇ ਕੀ ਹੋ ਰਹੀ ਹੈ। ਪ੍ਰਾਪੋਗੰਡਾ ਹੈ। ਫਿਰ ਕਹਿੰਦੇ ਨੇ, ਮੂੰਡ ਪਲੋਸ ਕਮਰ ਬੰਦ ਪੋਥੀ, ਹਮ ਕੋ ਚਾਬਨ ਹੁਣ ਕੋ ਰੋਟੀ। ਵੀ ਅਸੀਂ ਤਾਂ ਇੰਨੀ ਘਾਲਣਾ ਘਾਲਦੇ ਹਾਂ, ਬਸ ਆਜੀ ਸੁੱਕਾ ਸੀਦਾ ਦਾਣੇ ਦੂਣੇ ਚੱਬ ਕੇ ਗੁਜ਼ਾਰਾ ਕਰੀਦਾ। ਉਹਨਾਂ ਨੂੰ ਪ੍ਰਸ਼ਾਦੇ ਛਕਾਏ ਜਾਂਦੇ ਨੇ, ਉਹਨਾਂ ਦੇ ਸਿਰ ਤੇ ਖੌਰੇ ਕਿਸ ਮਾਲਕ ਦਾ ਆਸ਼ੀਰਵਾਦ ਹੈ, ਐਨ ਮੁਖੜੇ ਸਵਾਰੇ ਹੋਏ ਨੇ, ਉਹਨਾਂ ਦੇ ਕਮਰ ਬੰਦ ਪੋਥੀ। ਇਹ ਸ਼ਬਦ ਬੜਾ ਬਾਕਮਾਲ ਹੈ ਕਿ ਕਮਰ ਨਾਲ ਪੋਥੀਆਂ ਬੰਨੀਆਂ ਨੇ, ਜਾਨੀ ਉਹ ਆਪਣੇ, ਜਿਵੇਂ ਕਿ ਕਬੀਰ ਸਾਹਿਬ ਮਹਾਰਾਜ ਦੇ ਸਤ ਸੰਗੀ ਹੋਣਗੇ, ਕਬੀਰ ਜੀ ਨੇ ਜੋ ਉਪਦੇਸ਼ ਦਿੱਤਾ, ਬਾਣੀ ਕਹੀ, ਉਹਨਾਂ ਨੇ ਲਿਖ ਕੇ ਲੈ ਗਏ, ਜਾਂ ਦੂਜੇ ਭਗਤਾਂ ਦੀ ਬਾਣੀ ਕਬੀਰ ਜੀ ਤੱਕ ਪਹੁੰਚਦੀ ਰਹੀ। ਇਹ ਪੋਥੀ ਸ਼ਬਦ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਫਿਰ ਫਰਮਾਉਂਦੇ ਨੇ, ਮੁੰਡਿਆ ਮੁੰਡਿਆ ਹੋਏ ਏਕ। ਕਬੀਰ ਜੀ ਮਹਾਰਾਜ ਹੁਣ ਆਪਣਾ ਬਿਆਨ, ਆਪਣਾ ਵਿਚਾਰ ਪ੍ਰਗਟ ਕਰਦੇ ਨੇ। ਪਹਿਲਾਂ ਵੀ ਉਹਨਾਂ ਨੇ ਦੁਨੀਆ ਵੱਲੋਂ ਜੋ ਹੋਇਆ ਉਹ ਦੱਸਿਆ, ਜਿਵੇਂ ਬਾਣੀ 'ਚ ਪ੍ਰਸ਼ਨ ਉੱਤਰ ਨਹੀਂ ਹੁੰਦੇ, ਪਹਿਲਾਂ ਜਗਿਆਸੂ ਬਣ ਕੇ ਸਵਾਲ ਵੀ ਮਹਾਰਾਜ ਨੇ ਆਪ ਕੀਤਾ ਤੇ ਉੱਤਰ ਵੀ ਆਪ ਦਿੱਤਾ। ਸਿੱਧਾਂ ਨੇ ਜੋ ਕਿਹਾ ਉਸ ਨੂੰ ਆਪਣੇ ਸ਼ਬਦਾਂ 'ਚ ਆਪ ਬਿਆਨ ਕੀਤਾ ਤੇ ਫਿਰ ਆਪਣੇ ਉੱਤਰ ਵੀ ਨਾਲ ਦਰਜ ਕੀਤੇ। ਠੀਕ ਹੋਵੇ, ਮੁੰਡਿਆ ਮੁੰਡਿਆ ਹੋਏ ਏਕ। ਕਬੀਰ ਜੀ ਆਖਦੇ ਨੇ, ਉਹਨਾਂ ਸਤ ਸੰਕੋਚ ਲੋਕ ਜੋ ਬੁਲਾਉਂਦੇ ਨੇ, ਜਿਸ ਤਰ੍ਹਾਂ ਦਾ ਸ਼ਬਦ ਵਰਤਿਆ ਜਾਂਦਾ, ਕਬੀਰ ਜੀ ਮਹਾਰਾਜ ਨੇ ਕਿਹਾ ਕਿ ਭਾਈ ਅਸੀਂ ਤਾਂ ਸਾਰੇ ਸਤ ਸੰਗੀ ਏਕਮੇਕ ਹਾਂ, ਸਾਡੇ 'ਚ ਪ੍ਰੇਮ ਦੀ ਸਾਂਝ ਹੈ, ਮੁਹੱਬਤ ਹੈ। ਅਸੀਂ ਕਮਾਉਂਦੇ ਹਾਂ, ਕਿਰਤ ਕਰਦੇ ਹਾਂ ਜੀਵਨ ਦੇ ਨਿਰਵਾਹ ਲਈ, ਪਰਮੇਸ਼ਰ ਦੀ ਗੱਲ ਕਰਦੇ ਹਾਂ, ਬੈਠ ਕੇ ਆਪਣੇ ਆਪ ਦਾ ਚਿੰਤਨ ਕਰਦੇ ਹਾਂ, ਭਗਤੀ ਮਾਰਗ ਦਾ ਚਿੰਤਨ ਕਰਦੇ ਹਾਂ,
ਦੁੱਖ ਸੁੱਖ ਦੇ ਸਾਥੀ ਵੀ ਹਾਂ, ਇੱਕ ਦੂਜੇ ਲਈ ਆਪਾ ਵਾਰਨ ਵਾਲੇ ਆ। ਸਾਡੇ ਹੀ ਤਾਂ ਇੰਨਾ ਇਤਫਾਕ ਹੈ, ਇੱਕ ਸੁਰਤ ਹੈ। ਇਹ ਮੁੰਡਿਆ ਬੂਡਤ ਕੀ ਟੇਕ, ਇਹ ਕੋਈ ਵਾਧੂ ਲੋਕ ਨਹੀਂ ਹਨ। ਇਹ ਤਾਂ ਸੰਸਾਰ ਵਿੱਚ ਡੁੱਬਦਿਆਂ ਦਾ ਸਹਾਰਾ ਨੇ। ਕੌਣ? ਜਿਨ੍ਹਾਂ ਨੂੰ ਦੁਨੀਆ ਕਹਿੰਦੀ ਹੈ ਵੀ ਇਹਨਾਂ ਦਾ ਆਉਣ ਜਾਣ ਦਾ ਤੰਤ ਆ, ਉਹ ਸਤ ਸੰਗੀ। ਕਬੀਰ ਜੀ ਕਹਿੰਦੇ ਇਹ ਸਤ ਸੰਗੀ ਹੀ ਨੇ ਜਿਹੜੇ ਸੰਸਾਰ ਵਿੱਚ ਡੁੱਬਦਿਆਂ ਦਾ ਸਹਾਰਾ ਨੇ। ਇਹਨਾਂ ਸਤ ਸੰਗੀਆਂ ਦੇ ਆਸਰੇ ਦੇ ਉੱਤੇ ਹੀ ਤਾਂ ਮਨ ਤਕੜਾ ਹੋ ਰਿਹਾ, ਮਨ ਪਰਮੇਸ਼ਰ ਨਾਲ ਜੁੜ ਰਿਹਾ। ਇਹ ਸਤ ਸੰਗਤ ਦੀ ਬਦੌਲਤ ਹੀ ਤਾਂ ਆਤਮਿਕ ਜੀਵਨ ਉੱਚਾ ਹੋਇਆ ਹੋਇਆ। ਲੋਕ ਇਹਨੂੰ ਹੋਰ ਕੁਝ ਸਮਝਦੇ ਨੇ। ਫਿਰ ਫਰਮਾਇਆ, ਸੁਨ ਅੰਧਲੀ ਲੋਈ ਬੇਪੀਰ, ਹੀ ਅਗਿਆਨਤਾ ਵਿੱਚ ਡੁੱਬੀ ਹੋਈ, ਹੇ ਨਗੁਰੀ ਬੇਪੀਰ ਜਨਤਾ, ਹੇ ਲੋਕੋ ਤੁਹਾਨੂੰ ਨਾ ਗੁਰੂ ਦੀ ਸੋਝੀ ਹੈ, ਨਾ ਕੋਈ ਆਤਮਿਕ ਗਿਆਨ ਹੈ, ਨਾ ਕੋਈ ਅੰਦਰ ਚਾਨਣ ਹੈ, ਨਾ ਕੋਈ ਅੰਦਰ ਇਮਾਨਦਾਰੀ ਹੈ, ਨਾ ਕੋਈ ਸੁਰਤ ਵਿੱਚ ਪਵਿੱਤਰਤਾ ਹੈ। ਇਨ ਮੁੰਡੀਆਂ ਭੱਜ ਸ਼ਰਨ ਕਬੀਰ, ਜਿਨ੍ਹਾਂ ਨੂੰ ਤੁਸੀਂ ਵਾਧੂ ਲੋਕ ਕਹਿੰਦੇ ਹੋ ਨਾ, ਜਿਨ੍ਹਾਂ ਦੇ ਆਉਣ ਜਾਣ 'ਤੇ ਤੁਹਾਨੂੰ ਇਤਰਾਜ਼ ਹੈ, ਜਿਨ੍ਹਾਂ ਦੀ ਸੇਵਾ 'ਤੇ ਤੁਹਾਨੂੰ ਇਤਰਾਜ਼ ਹੈ, ਦਰਅਸਲ ਮੇਰੇ ਸਤਸੰਗੀ ਹੋਣ 'ਤੇ ਤੁਹਾਨੂੰ ਇਤਰਾਜ਼ ਹੈ। ਤਾਂ ਮੈਂ ਤੁਹਾਨੂੰ ਦੱਸ ਦਿਆਂ, ਮੈਂ ਤਾਂ ਇਹਨਾਂ ਰੱਬੀ ਪਿਆਰਿਆਂ ਦੀ ਸ਼ਰਨ ਵਿੱਚ ਹਾਂ। ਇਹਨਾਂ ਦੀ ਸੋਭਤ ਵਿੱਚ ਬੈਠ ਕੇ ਮੈਨੂੰ ਮਾਲਕ ਚੇਤੇ ਆਉਂਦਾ ਹੈ, ਰੱਬ ਚੇਤੇ ਆਉਂਦਾ ਹੈ। ਮੈਂ ਮਾਲਕ ਵਾਹਿਗੁਰੂ ਨੂੰ ਧਿਆਉਂਦਾ ਹਾਂ, ਜਿਸ ਭਵਜਲ ਵਿੱਚ ਮੈਨੂੰ ਡੁੱਬਦੇ ਨੂੰ ਬਚਾ ਰਹੇ ਨੇ ਤੇ ਸਤ ਸੰਗੀ ਨੇ। ਇਹਨਾਂ ਸਤ ਸੰਗੀਆਂ ਦੀ ਸੋਭਤ ਵਿੱਚ ਹੀ ਮੇਰਾ ਆਤਮਿਕ ਜੀਵਨ ਘੜਿਆ ਜਾ ਰਿਹਾ ਹੈ। ਇਹ ਬਹੁਤ ਉੱਚੇ ਲੋਕ ਨੇ, ਇਹਨਾਂ ਨਾਲ ਮੇਰੀ ਬੜੀ ਇੱਕ ਸੁਰਤਾ ਹੈ। ਸਤ ਸੰਗਤ ਤੋਂ ਮਹਾਰਾਜ ਨੇ ਬਾਣੀ ਵਿੱਚ ਸਦਕੇ ਕੁਰਬਾਨ ਜਾਣ ਦੀ ਗੱਲ ਵੀ ਆਖੀ ਹੈ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਜੋ ਤਤ ਭਾਵ ਹੈ ਦ੍ਰਿੜਤਾ, ਸਤ ਸੰਗਤ ਦਾ ਅਟੁੱਟ ਆਸਰਾ, ਸਤ ਸੰਗਤ ਉੱਤੇ ਪੂਰਨ ਭਰੋਸਾ ਤੇ ਸਿਦਕ ਤੇ ਸਤ ਸੰਗੀਆਂ ਦਾ ਅਦਬ, ਇਹ ਭਾਵ ਇਸ ਸ਼ਬਦ ਵਿੱਚ ਦ੍ਰਿੜ ਕਰਾਇਆ ਗਿਆ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।